ਜਿਹੜਾ ਵੋਟਾਂ ਨੂੰ ਅਸੀਂ ਬਹੁਤ ਵੱਡਾ ਚੀਰਾ ਸਮਝਦੇ ਹਾਂ। ਪਹਿਲਾਂ ਤਾਂ ਤੁਸੀਂ ਦੇਖੋ ਵੀ ਜਿਹੜੀਆਂ ਕਿੰਨੀਆਂ ਭਾਰਤ ਪੱਧਰ ਦੀਆਂ ਜਥੇਬੰਦੀਆਂ ਇਕੱਠੀਆਂ ਸੀਗੀਆਂ, ਜਦੋਂ ਵੋਟਾਂ ਨੇੜੇ ਆਈਆਂ ਤੇ ਵੋਟਾਂ ਨੇ ਸੰਯੁਕਤ ਮੋਰਚੇ ਨੂੰ ਵੱਡਾ ਚੀਰੇ ਦਾ ਕੰਮ ਕੀਤਾ, ਜਿਹਦੇ ਵਿੱਚੋਂ ਕੁਝ ਜਥੇਬੰਦੀਆਂ ਨਿਕਲ ਕੇ ਉਸ ਮੈਦਾਨ ਦੇ ਅੰਦਰ ਗਈਆਂ ਨੇ, ਜਿਹੜੇ ਮੈਦਾਨ 'ਚੋਂ ਮੁੜਨਾ ਪਊਗਾ ਵਾਪਸ। ਜਦੋਂ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਨੇ ਉਦੋਂ ਕਈ ਧੜਿਆਂ 'ਚ ਚੀਰੇ ਆਉਂਦੇ ਆ, ਭਰਾਵਾਂ 'ਚ ਚੀਰੇ ਆਉਂਦੇ ਆ, ਉਦੋਂ ਗਵਾਂਢੀਆਂ 'ਚ ਚੀਰੇ ਆਉਂਦੇ ਆ, ਉਦੋਂ ਲੋਕ ਲੜਦੇ ਆ, ਕਤਲ ਹੁੰਦੇ ਆ ਸਿਰਫ ਵੋਟਾਂ ਪਿੱਛੇ। ਜਿਹੜਾ ਵੋਟਾਂ ਦਾ ਢਾਂਚਾ ਹੈ ਸਾਡੇ ਲਈ ਬਹੁਤ ਵੱਡਾ ਨੁਕਸਾਨਦੇਹ ਆ। ਸਾਡੇ ਲੋਕਾਂ ਨੂੰ ਚੀਰੇ ਦਾ ਕੰਮ ਅਸੀਂ ਤਾਂ ਕਹਿੰਦੇ, ਚੀਰੇ ਦਾ ਕੰਮ ਇਹਨਾਂ ਨੇ ਕੀਤਾ ਤੁਹਾਡੇ ਸਾਹਮਣੇ। ਸਾਡੇ ਕੋਲੇ ਖੇਤੀ ਦਾ ਮਾਡਲ, ਸਾਡੇ ਤਾਂ ਪੰਜਾਬ ਦੇ ਵਿੱਚ ਤੁਸੀਂ ਕੋਈ ਮਾਡਲ ਲੈ ਕੇ ਆਜੋ ਖੇਤੀ ਦਾ, ਜੀਰੀ ਨੂੰ ਛੱਡ ਕੇ ਹਰੇਕ ਮਾਡਲ ਹਰੇਕ ਪੈਦਾ ਕਰਦੀ ਹੈ ਚੀਜ਼। ਇਹ ਮਾਡਲ ਉਦੋਂ ਪੈਦਾ ਹੋਊਗਾ ਜਿਵੇਂ ਯੂਨੀਵਰਸਿਟੀਆਂ ਦੇ ਅਧਿਕਾਰੀ ਲਿਖ ਕੇ ਦੇ ਚੁੱਕੇ ਆ ਸਰਕਾਰਾਂ ਨੂੰ ਵੀ ਤੁਸੀਂ ਜੇ ਕਾਮਯਾਬ ਹੋਣਾ ਹੈ ਤੁਸੀਂ ਖੇਤੀ ਤੇ ਜਿਹੜੀ ਸੰਗਤ ਲਾਓ, ਜਿਹੜੀਆਂ ਫੈਕਟਰੀਆਂ ਲਾਉਂਦੇ ਉਹ ਖੇਤੀ ਸੰਬੰਧਿਤ ਲੱਗਣ, ਕੈਮੀਕਲ ਤੋਂ ਰੂ ਬਣਨ। ਅਸੀਂ ਕਾਮਯਾਬ ਕਿਵੇਂ ਹੋਵਾਂਗੇ? ਜਿੱਥੇ ਅਸੀਂ ਨਰਮਾ ਬੀਜਦੇ ਹੋਈਏ, ਜਿੱਥੇ ਸਾਡੀਆਂ ਮੱਕੀ ਤੋਂ ਅਨੇਕਾਂ ਚੀਜ਼ਾਂ ਬਣਦੀਆਂ, ਗਿਣਤੀ ਨਹੀਂ ਹੈ, ਇੰਨੀਆਂ ਚੀਜ਼ਾਂ ਮੱਕੀ ਤੋਂ ਤਿਆਰ ਹੁੰਦੀਆਂ। ਮੱਕੀ ਸਾਡੀ ਧਰਤੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪੈਦਾ ਕਰਦੀ ਹੈ, ਜਿਹਦੇ ਨਾਲ ਸਾਡਾ ਬਹੁਤ ਵੱਡਾ ਨਫਾ ਹੋ ਸਕਦਾ। ਕਿਸਾਨ ਇਸ ਜਾਲ ਚੋਂ ਨਿਕਲ ਸਕਦਾ ਤੇ ਪਾਣੀ ਬਚ। ਸਾਡੇ ਅਧਿਕਾਰੀ ਜਾਪਾਨ 'ਚ ਜਾਂਦੇ, ਜਾਪਾਨ ਦੇਸ਼ ਨਾਲ ਸਾਡਾ ਮੁਕਾਬਲਾ ਕੋਈ ਨਹੀਂ, ਪਰ ਜੇ ਸਾਡੇ ਯੂਨੀਵਰਸਿਟੀ ਦੇ ਅਧਿਕਾਰੀ ਜਾਪਾਨ 'ਚ ਜਾਂਦੇ ਹੈ, ਉੱਥੇ ਉਹ ਗੱਲਾਂ ਲਾਗੂ ਹੁੰਦੀਆਂ। ਜਾਪਾਨ ਦੇ ਲੋਕ ਸਾਡੇ ਮਤਲਬ ਉਸ ਡਾਕਟਰਾਂ ਤੋਂ, ਉਸ ਪ੍ਰੋਫੈਸਰਾਂ ਤੋਂ ਪੁੱਛ ਕੇ ਉੱਥੇ ਉਹ ਸ਼ੁਰੂ ਕਰਦੇ ਨੇ, ਉਹ ਕਾਮਯਾਬ ਨੇ। ਦਿੱਲੀ ਵਿੱਚ ਕਿਸਾਨ ਅੰਦੋਲਨ ਲਗਭਗ 1.5 ਸਾਲ ਚੱਲਿਆ। ਇਸ 1.5 ਸਾਲ ਦੌਰਾਨ ਬਹੁਤ ਸਾਰੇ ਕਿਸਾਨ ਆਗੂ ਉੱਭਰ ਕੇ ਸਾਹਮਣੇ ਆਏ, ਬਹੁਤ ਸਾਰੇ ਚਿਹਰੇ, ਬਹੁਤ ਸਾਰੇ ਸਮਾਜ ਸੇਵੀ ਅੱਗੇ ਆਏ ਤੇ ਇੱਕ ਆਵਾਜ਼ ਤੇ ਇੱਕ ਭਾਸ਼ਣ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਉਹ ਆਵਾਜ਼, ਉਸ ਭਾਸ਼ਣ ਨੇ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਹਲੂਣਿਆ ਤੇ ਉਹ ਵਹੀਰਾਂ ਕੱਤ ਕੇ ਦਿੱਲੀ ਬਾਰਡਰਾਂ ਵੱਲ ਪੁੱਜੇ ਤੇ ਅਖੀਰ ਨੂੰ ਜੇਤੂ ਹੋ ਕੇ ਘਰਾਂ ਨੂੰ ਮੁੜੇ। ਸਾਡੇ ਨਾਲ ਉਹੀ ਆਵਾਜ਼ ਮਨਜੀਤ ਸਿੰਘ ਘਰਾਚੋਂ ਨੇ, ਬਲਾਕ ਪ੍ਰਧਾਨ ਨੇ ਭਵਾਨੀਗੜ੍ਹ ਤੋਂ BKU ਗਰਾਹਾਂ ਦੇ। ਉਹਨਾਂ ਦੇ ਗ੍ਰਹਿ ਵਿਖੇ ਅਸੀਂ ਪਹੁੰਚੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ। ਹਾਂ, ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਤੁਸੀਂ ਦਿੱਲੀ ਵਿਖੇ 1.5 ਸਾਲ ਅੰਦੋਲਨ ਕੀਤਾ, ਇਸ ਤੋਂ ਪਹਿਲਾਂ ਵੀ ਸੰਘਰਸ਼ ਲੜਦੇ ਰਹੇ ਹੋ, BKU ਗਰਾਹਾਂ ਵਿੱਚ ਤੁਸੀਂ ਕੰਮ ਕਰ ਰਹੇ ਹੋ। ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਤੁਸੀਂ ਦਿੱਲੀ ਤੋਂ ਜਿੱਤ ਕੇ ਪਿੰਡ ਨੂੰ ਵਾਪਸ ਆਏ? ਜਦੋਂ ਅਸੀਂ ਦਿੱਲੀ ਗਏ ਹਾਂ, ਜਾਣ ਤੋਂ ਪਹਿਲਾਂ ਵੀ ਅਸੀਂ, ਸਾਡੇ ਹੌਸਲੇ ਤੇ ਜਿਹੜੇ ਬਹੁਤ ਬੁਲੰਦ ਸੀਗੇ। ਜਦੋਂ ਅਸੀਂ ਜਿੱਤ ਕੇ ਆਏ, ਸਾਨੂੰ ਜਾਣੀ ਕਿ ਬਹੁਤ ਵਧੀਆ ਮਹਿਸੂਸ ਹੋਇਆ। ਸਾਨੂੰ ਇਹ ਲੱਗਿਆ ਵੀ ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ, ਜਿਹੜੀ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ ਸਰਦਾਰ ਜੋਗਿੰਦਰ ਸਿੰਘ ਹੋਰਾਂ ਨੇ ਸੁਪਨਾ ਲਿਆ ਸੀਗਾ ਵੀ ਅਸੀਂ ਇੱਕ ਪੰਜਾਬ ਨੂੰ ਜਗਾ ਕੇ, ਪੰਜਾਬ ਦੀ ਨੌਜਵਾਨੀ ਨੂੰ ਜਗਾ ਕੇ ਇੱਕ ਦੇਸ਼ ਨੂੰ ਅਸੀਂ ਉਧਰਲੇ ਪਾਸੇ ਲਿਜਾਵਾਂਗੇ। ਜਿਹੜੇ ਸਾਡੇ ਅੱਜ ਬੇਰੁਜ਼ਗਾਰੀ ਦੇ ਸ਼ਿਕਾਰ ਹੋਏ ਬੱਚੇ ਬਾਹਰ ਭਟਕਦੇ ਨੇ ਤੇ ਬਰਫਾਂ 'ਚ ਪੈਂਦੇ ਨੇ, ਸਾਨੂੰ ਇਹ ਲੱਗਿਆ ਵੀ ਉਹ ਦਿਨ ਨੇ ਜਿਹੜੇ ਉਹ ਸਾਡੇ ਨੇੜੇ ਆ ਗਏ ਤੇ ਸਾਨੂੰ ਲੋਕਾਂ ਨੇ ਸਮਝ ਲਿਆ। ਤੇ ਜਥੇਬੰਦੀਆਂ ਨਾਲ ਜਿਹੜਾ ਵੱਡੇ ਪੱਧਰ ਤੇ ਲੋਕ ਦਿੱਲੀ ਦੇ ਅੰਦਰ ਜਿੱਤ ਕੇ ਆਏ ਨੇ, ਇਹ ਹੁਣ ਦੇਸ਼ ਨੂੰ ਸੁਧਾਰਨ ਵਾਲੇ ਰਾਹ ਤੁਰਨਗੇ। ਪਰ ਅੱਜ ਜਿਹੜੇ ਅਸੀਂ ਦੌਰ 'ਚ ਖੜ੍ਹੇ ਹਾਂ, ਅੱਜ ਵੋਟਾਂ ਦਾ ਦੌਰ ਹੈ। ਅੱਜ ਵੋਟਾਂ ਨੇ ਇਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਜਿਹੜਾ ਚੀਰੇ ਦਾ ਕੰਮ ਕੀਤਾ ਹੈ, ਜਿਹੜਾ ਚੀਰਾ ਲਾਇਆ ਹੈ, ਜਿਹੜਾ ਫੇਰ ਜਾਣੀ ਕਿ ਉਸੇ ਖਾਈ 'ਚ ਜਿਹੜੇ ਲੋਕ ਡਿੱਗੇ ਹੈ, ਜਿਹੜਾ ਸਦੀਆਂ ਤੋਂ ਅਸੀਂ 70-75 ਸਾਲ ਤੋਂ ਜਿਹਦੀ ਅਸੀਂ ਗੁਲਾਮੀ ਚੱਲ ਰਹੇ ਹਾਂ, ਅੱਜ ਵੀ ਜਾਣੀ ਕਿ ਉਸੇ ਪਾਸੇ ਨੂੰ ਲੋਕ ਜਿਹੜੇ ਤੁਰੇ ਹੈ ਤੇ ਸਾਨੂੰ ਨਹੀਂ ਤੁਰਨਾ ਚਾਹੀਦਾ ਸੀਗਾ। ਉਸ ਅੰਦੋਲਨ ਨੂੰ ਬਹੁਤ ਵੱਡਾ ਚੀਰਾ ਜਿਹੜਾ ਵੋਟਾਂ ਦੇ ਇਸ ਲੋਕ ਰਾਜ ਦੇ ਸਿਸਟਮ ਨੂੰ, ਜਿਹੜੇ ਨੂੰ ਇਹ ਚੱਕੀ ਫਿਰਦੇ ਨੇ ਸਿਰ ਤੇ। ਚੀਰਾ ਕਿਉਂ ਕਹਿ ਰਹੇ ਹੋ ਤੁਸੀਂ? ਵੀ ਬਹੁਤ ਸਾਰੀਆਂ ਜਥੇਬੰਦੀਆਂ, 32 ਕਿਸਾਨ ਜਥੇਬੰਦੀਆਂ ਵਿੱਚੋਂ 22 ਕਿਸਾਨ ਜਥੇਬੰਦੀਆਂ ਚੋਣਾਂ ਲੜ ਰਹੀਆਂ ਨੇ। ਹਾਲਾਂਕਿ ਤੁਸੀਂ 32 ਕਿਸਾਨ ਜਥੇਬੰਦੀਆਂ ਤੋਂ ਵੀ ਅਲੱਗ ਹੋ ਕੇ ਇੱਕ ਵੱਖਰਾ ਧੜਾ ਬਣਾ ਕੇ ਲੜਦੇ ਰਹੇ ਹੋ। ਫਿਰ ਲੋਕ ਜੇ ਵੋਟ ਪਾਉਣ ਜਾਂਦੇ ਆ ਤਾਂ ਫਿਰ ਉਹ ਕੀ ਬਦਲ ਉਹਨਾਂ ਕੋਲ ਹੈ? ਜਿਹੜਾ ਵੋਟਾਂ ਨੂੰ ਅਸੀਂ ਬਹੁਤ ਵੱਡਾ ਚੀਰਾ ਸਮਝਦੇ ਹਾਂ। ਪਹਿਲਾਂ ਤਾਂ ਤੁਸੀਂ ਦੇਖੋ ਵੀ ਜਿਹੜੀਆਂ ਕਿੰਨੀਆਂ ਭਾਰਤ ਪੱਧਰ ਦੀਆਂ ਜਥੇਬੰਦੀਆਂ ਇਕੱਠੀਆਂ ਸੀਗੀਆਂ, ਜਦੋਂ ਵੋਟਾਂ ਨੇੜੇ ਆਈਆਂ ਤੇ ਵੋਟਾਂ ਨੇ ਸੰਯੁਕਤ ਮੋਰਚੇ ਨੂੰ ਵੱਡਾ ਚੀਰੇ ਦਾ ਕੰਮ ਕੀਤਾ, ਜਿਹਦੇ ਵਿੱਚੋਂ ਕੁਝ ਜਥੇਬੰਦੀਆਂ ਨਿਕਲ ਕੇ ਉਸ ਮੈਦਾਨ ਦੇ ਅੰਦਰ ਗਈਆਂ ਨੇ, ਜਿਹੜੇ ਮੈਦਾਨ 'ਚੋਂ ਮੁੜਨਾ ਪਊਗਾ ਵਾਪਸ, ਇੱਥੇ ਆਉਣਾ ਪਊਗਾ ਜਿੱਥੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਕਹਿੰਦੀ ਰਹੀ ਹੈ ਚੀਕ ਕੇ ਵੀ ਭਾਈ ਇਹਨੇ ਸਾਡਾ ਸੁਧਾਰ ਨਹੀਂ ਕਰਨਾ, ਸਾਡਾ ਸੁਧਾਰ ਲੋਕਾਂ 'ਚ ਪਿਆ, ਸੀ ਲੋਕਾਂ ਨੂੰ ਜਗਾ ਕੇ ਇਸੇ ਲੀਡਰਾਂ ਤੋਂ ਕੰਮ ਕਰਵਾਉਣੇ ਨੇ। ਉਹਨੂੰ ਵੱਡੇ ਚੀਰੇ ਦਾ ਕੰਮ ਜਦੋਂ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਨੇ
ਉਦੋਂ ਕਈ ਧੜਿਆਂ 'ਚ ਚੀਰੇ ਆਉਂਦੇ ਆ, ਭਰਾਵਾਂ 'ਚ ਚੀਰੇ ਆਉਂਦੇ ਆ, ਉਦੋਂ ਗਵਾਂਢੀਆਂ 'ਚ ਚੀਰੇ ਆਉਂਦੇ ਆ, ਉਦੋਂ ਲੋਕ ਲੜਦੇ ਆ, ਕਤਲ ਹੁੰਦੇ ਆ ਸਿਰਫ ਵੋਟਾਂ ਪਿੱਛੇ। ਜਿਹੜਾ ਵੋਟਾਂ ਦਾ ਢਾਂਚਾ ਹੈ ਸਾਡੇ ਲਈ ਬਹੁਤ ਵੱਡਾ ਨੁਕਸਾਨਦੇਹ ਆ। ਸਾਡੇ ਲੋਕਾਂ ਨੂੰ ਚੀਰੇ ਦਾ ਕੰਮ ਅਸੀਂ ਤਾਂ ਕਹਿੰਦੇ, ਚੀਰੇ ਦਾ ਕੰਮ ਇਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਹੈ। ਤੁਸੀਂ ਕਹਿ ਰਹੇ ਹੋ ਵੀ ਲੀਡਰਾਂ ਤੋਂ ਕੰਮ ਕਰਾਵਾਂਗੇ, ਖੁਦ ਕਿਉਂ ਨਾ ਲੀਡਰ ਬਣਿਆ ਜਾਵੇ, ਖੁਦ ਕਿਉਂ ਨਾ ਚੋਣਾਂ 'ਚ ਹਿੱਸਾ ਲੈ ਕੇ ਅੱਗੇ ਆਇਆ ਜਾਵੇ। ਜਿਹੜਾ ਇਹ ਕੰਮ ਬਹੁਤ ਵੱਡਾ ਹੈ, ਇਹ ਕੰਮ ਨੂੰ ਹਜੇ ਬਹੁਤ ਵੱਡਾ ਸਮਾਂ ਲੱਗਣਾ ਹੈ। ਕਿਉਂ? ਜਿਹੜੇ ਸਾਮਰਾਜ ਦੇ ਵਜਨ ਥੱਲੇ ਕੰਮ ਕਰਦੇ ਨੇ, ਇਹ ਮਤਲਬ ਰਾਜਨੀਤਿਕ ਢਾਂਚਾ ਹੈ, ਉਹ ਸਾਮਰਾਜ ਸਾਡੇ ਤੇ ਭਾਰੂ ਆ। ਉਹਦੀਆਂ ਨੀਤੀਆਂ ਇੱਥੇ ਸਾਨੂੰ ਲਾਗੂ ਕਰਨੀਆਂ ਪੈਂਦੀਆਂ ਨੇ। ਅਸੀਂ ਕਿਹੜੇ ਹਿਸਾਬ ਨਾਲ ਸਿਸਟਮ ਚਲਾਵਾਂਗੇ? ਜਿਹੜੇ ਸਿਸਟਮ ਚਲਾਉਂਦੇ ਨੇ ਲੋਕ, ਉਹਨਾਂ ਨੇ ਤੁਹਾਨੂੰ ਲਿਖ ਕੇ ਦੇਣਾ ਹੈ ਵੀ ਤੁਹਾਨੂੰ ਪੈਸੇ ਤਾਂ ਵਰਲਡ ਬੈਂਕ ਦੇਊਗੀ ਜੇ ਤੁਸੀਂ ਆਹ ਨੀਤੀਆਂ ਲਾਗੂ ਕਰੋਗੇ। ਜੇ ਉਹ ਨੀਤੀਆਂ ਲਾਗੂ ਨਹੀਂ ਕਰਦੇ ਤਾਂ ਕੱਖ ਨਹੀਂ ਇਹਨਾਂ ਨੂੰ ਮਿਲਣਾ। ਕਿੱਥੋਂ ਲਿਆ ਕੇ ਦੇਣ? ਇੱਕ ਵੀ ਬੰਦਾ ਉਂਗਲੀ ਚੱਕ ਕੇ ਕਹੇ ਵੀ ਸਾਮਰਾਜਵਾਦ ਮੁਰਦਾਬਾਦ, ਸਾਮਰਾਜ ਤੋਂ ਬਿਨਾਂ ਅਸੀਂ ਕੰਮ ਕਰਾਂਗੇ, ਵਰਲਡ ਬੈਂਕ ਦੇ ਆਸਰੇ ਤੋਂ ਬਿਨਾਂ ਅਸੀਂ ਕੰਮ ਚਲਾ ਸਕਦੇ ਹਾਂ। ਅਸੀਂ ਇਹ ਇਕੱਲੀ ਭਾਰਤ ਦੀ ਲੜਾਈ ਨਹੀਂ ਸਮਝਦੇ, ਅਸੀਂ ਇਸ ਲੜਾਈ ਨੂੰ ਸਾਰੇ ਦੇਸ਼ਾਂ 'ਚ ਪਹੁੰਚਾਉਣਾ ਚਾਹੁੰਦੇ ਹਾਂ। ਜਿਹੜੇ ਦੇਸ਼ ਜਾ ਕੇ, ਜਿਹੜੇ ਕੁਛ ਚੰਦ ਲੋਕ ਜਿਹੜਿਆਂ ਦੀ ਇੱਕ ਬਹੁਤ ਵੱਡੀ ਗੇਮ ਦੇ ਥੱਲੇ ਮਤਲਬ ਦੁਨੀਆ ਕੰਮ ਕਰਦੀ ਹੈ, ਕਿੰਨੇ ਕੁ ਬੰਦੇ ਮਾਰਨੇ ਆ, ਕਿੰਨੇ ਕੁ ਜਿਉਂਦੇ ਰੱਖਣੇ ਆ, ਕਿੰਨੇ ਕੁ ਲੋਕਾਂ ਨੂੰ ਗਰੀਬ ਰੱਖਣਾ ਤੇ ਕਿੰਨਿਆਂ ਨੂੰ ਅਸੀਂ ਅਮੀਰ ਬਣਾ ਕੇ ਅਸੀਂ ਕੰਮ ਲੈਣਾ। ਉਹ ਸਿਸਟਮ ਤੋਂ ਜਿੰਨਾ ਤੱਕ ਅਸੀਂ ਬਾਹਰ ਨਹੀਂ ਨਿਕਲਦੇ, ਉਹ ਤੋਂ ਬਾਹਰ ਨਿਕਲਾਂਗੇ ਜੇ ਬੱਚਾ ਜੇ ਅੱਜ ਅਸੀਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਬਹਿ ਕੇ ਸੰਘਰਸ਼ ਜਿੱਤੇ ਹਾਂ, ਉਹਦੀ ਵੱਡੀ ਮਿਸਾਲ ਇਹ, ਅਸੀਂ ਵੱਡੇ ਪੱਧਰ ਤੇ ਕੰਮ ਕੀਤਾ ਪਿੰਡਾਂ 'ਚ ਇਸ ਮੁਹਿੰਮ ਨੂੰ ਲੈ ਕੇ ਗਿਆ, ਲੋਕਾਂ ਨੂੰ ਦੱਸਣ 'ਚ ਕਾਮਯਾਬ ਹੋਏ ਆ। ਤਾਂ ਕਰਕੇ ਸਾਡੀਆਂ 80 ਹਜ਼ਾਰ ਸਾਡੀਆਂ ਮਾਵਾਂ ਭੈਣਾਂ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਬੈਠੀਆਂ ਨੇ। ਕਿਤੇ ਹੋਇਆ ਸੀ ਇਹ? ਨਾ ਕਦੇ ਪੰਜਾਬ 'ਚ ਹੋਇਆ ਸੀ, ਨਾ ਦੁਨੀਆ 'ਚ ਹੋਇਆ। ਦੁਨੀਆ ਨੇ ਮੰਨੇ ਹੈ ਵੀ ਲੋਕ ਜਾਣੀ ਕਿ ਜਾਗਣਾ ਸ਼ੁਰੂ ਹੋ ਗਏ। ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਰੋਜੀ ਰੋਟੀ ਹੈ ਜਿਹੜੀ, ਉਹ ਇੱਕ ਰਾਜਨੀਤਿਕ ਸਿਸਟਮ ਦੇ ਤਹਿਤ ਉਹ ਸਾਮਰਾਜ ਖੋ ਰਿਹਾ। ਜਿਹੜੇ ਸਾਮਰਾਜ ਨੇ ਪਹਿਲਾਂ ਸਕੂਲਾਂ ਤੇ ਕਬਜ਼ੇ ਕਰ ਲਏ, ਜਿਹੜਿਆਂ ਨੇ ਵੱਡੇ ਪੱਧਰ ਤੇ ਵਿੱਦਿਆ ਤੇ ਕਬਜ਼ੇ ਕਰ ਲਏ, ਜਿਨ੍ਹਾਂ ਨੇ ਸੜਕਾਂ ਘੇਰ ਲੀਆਂ, ਜਿਨ੍ਹਾਂ ਨੇ ਸਾਰਾ ਕੁਝ ਰੋਕ ਲਿਆ, ਏਅਰਪੋਰਟਾਂ ਰੋਕ ਲੀਆਂ, ਰੇਲਾਂ ਰੋਕ ਲੀਆਂ, ਉਹ ਸਾਡਾ ਜਿਹੜੇ ਕਣਕ ਦੇ ਦਾਣਿਆਂ ਦੀ ਰੋਟੀ ਲਾਹ ਕੇ ਖਾਂਦੇ ਅਸੀਂ, ਉਹ ਵੀ ਰੋਕਣਾ ਜਾ ਰਹੇ ਨੇ, ਉਹ ਵੀ ਸਾਡੇ ਹੱਥਾਂ ਤੋਂ ਖੁੱਸਣ ਜਾ ਰਹੀ ਹੈ। ਇਹ ਲੋਕਾਂ ਨੂੰ ਅਸੀਂ ਦੱਸਣ 'ਚ ਕਾਮਯਾਬ ਹੋ ਗਏ। ਤੁਸੀਂ ਉਦੋਂ ਦੱਸਣ 'ਚ ਕਾਮਯਾਬ ਹੋ ਗਏ ਤਾਂ ਕੀ ਹੁਣ ਜਦੋਂ ਚੋਣਾਂ ਦਾ ਮਾਹੌਲ ਬਣਿਆ, ਵਿਧਾਨ ਸਭਾ ਚੋਣਾਂ ਆ ਰਹੀਆਂ ਨੇ, ਕਿ ਹੁਣ ਵੀ ਇੱਕ ਮੁਹਿੰਮ ਚਲਾ ਕੇ ਲੋਕਾਂ ਨੂੰ ਇਹੀ ਗੱਲਾਂ ਦੱਸੋਗੇ ਕਿ ਵੋਟਾਂ ਦੇ ਖਿਲਾਫ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਨਹੀਂ ਕਿਸੇ ਦਾ ਚੋਣਾਂ ਵਿੱਚ ਹਿੱਸਾ ਲੈ ਰਹੇ? ਬਿਲਕੁਲ। ਅਸੀਂ ਪਿੰਡਾਂ 'ਚ ਸਾਡੇ ਪ੍ਰੋਗਰਾਮ ਮੀਟਿੰਗਾਂ ਕਰਕੇ ਅਸੀਂ ਐਲਾਨੇ ਹੈ, ਬਹੁਤ ਪਿੰਡਾਂ ਸਾਡੇ ਪ੍ਰੋਗਰਾਮ ਹੋ ਚੁੱਕੇ ਹੈ ਵੀ ਜਿਹੜੀਆਂ ਵੋਟਾਂ ਹੈ ਬਹੁਤ ਖਤਰਨਾਕ ਜ਼ਹਿਰ ਹੈ, ਇਹ ਜ਼ਹਿਰ ਨਾ ਖਾਧੀ ਜਾਵੇ। ਇਹ ਜ਼ਹਿਰ ਭਾਈ ਤੋਂ ਭਾਈ ਨੂੰ ਮਰਵਾਉਂਦੀ ਹੈ, ਸਾਡੇ ਗਵਾਂਢੀ ਤੋਂ ਗਵਾਂਢੀ ਨੂੰ ਮਰਵਾਉਂਦੀ ਹੈ। ਇਹ ਜ਼ਹਿਰ ਦੇ ਗੇੜ 'ਚ ਨਾ ਆਇਆ ਜਾਵੇ। ਅਸੀਂ ਸਮਝਾਉਣ 'ਚ ਕਾਮਯਾਬ ਹੋਵਾਂਗੇ, ਕਿਉਂ ਵੱਡੇ ਪੱਧਰ ਤੇ ਅੰਦੋਲਨ ਨੇ ਲੋਕ ਬਹੁਤ ਵੱਡੇ ਪੱਧਰ ਤੇ ਸਮਝਾਤੇ। ਉਹ ਮਾਹੌਲ ਨਹੀਂ ਹੈ ਪਹਿਲਾਂ ਵਾਲਾ ਮਾਹੌਲ ਬਿਲਕੁਲ ਨਹੀਂ ਹੈ। ਹੁਣ ਲੋਕ ਜਿਹੜੇ ਆ ਉਹ ਸਵਾਲ ਕਰਨੇ ਵੀ ਸ਼ੁਰੂ ਕਰ ਚੁੱਕੇ ਆ। ਹੋਰ ਵੀ ਬਹੁਤ ਸਾਰੇ ਮੁੱਦੇ ਨੇ ਪੰਜਾਬ 'ਚ ਬੇਰੁਜ਼ਗਾਰੀ ਦਾ ਮੁੱਦਾ ਹੈ, ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਹੈ। ਤੁਸੀਂ ਕਿਸਾਨ ਯੂਨੀਅਨ 'ਚ ਕੰਮ ਕਰਦੇ ਹੋ, ਬਦਲਵੇਂ ਖੇਤੀ ਮਾਡਲ ਦਾ ਵੀ ਮੁੱਦਾ ਹੈ। ਫਿਰ ਇਹ ਸਾਰੇ ਏਜੰਡੇ ਲੋਕਾਂ ਵਿੱਚ ਲੈ ਕੇ ਜਾਓਗੇ? ਬਦਲਵੇਂ ਖੇਤੀ ਦਾ ਮਾਡਲ ਕੀ ਹੈ ਤੁਹਾਡੇ ਕੋਲ? ਸਾਡੇ ਕੋਲੇ ਖੇਤੀ ਦਾ ਮਾਡਲ, ਸਾਡੇ ਤਾਂ ਪੰਜਾਬ ਦੇ ਵਿੱਚ ਤੁਸੀਂ ਕੋਈ ਮਾਡਲ ਲੈ ਕੇ ਆ ਜਾਓ ਖੇਤੀ ਦਾ, ਜੀਰੀ ਨੂੰ ਛੱਡ ਕੇ ਹਰੇਕ ਮਾਡਲ, ਹਰੇਕ ਪੈਦਾ ਕਰਦੀ ਹੈ ਚੀਜ਼। ਇਹ ਮਾਡਲ ਉਦੋਂ ਪੈਦਾ ਹੋਊਗਾ ਜਿਵੇਂ ਯੂਨੀਵਰਸਿਟੀਆਂ ਦੇ ਅਧਿਕਾਰੀ ਲਿਖ ਕੇ ਦੇ ਚੁੱਕੇ ਆ ਸਰਕਾਰਾਂ ਨੂੰ ਵੀ ਤੁਸੀਂ ਜੇ ਕਾਮਯਾਬ ਹੋਣਾ ਹੈ, ਤੁਸੀਂ ਖੇਤੀ ਤੇ ਜਿਹੜੀ ਸੰਗਤ ਲਾਉਂਦੇ ਹੋ, ਜਿਹੜੀਆਂ ਫੈਕਟਰੀਆਂ ਲਾਉਂਦੇ ਹੋ, ਖੇਤੀ ਸੰਬੰਧਿਤ ਲੱਗਣ। ਜਿਵੇਂ ਨਰਮੇ ਤੋਂ ਰੂੰ ਬਣਦੀ ਹੈ, ਹੁਣ ਸਾਡੇ ਘਾਵਦਾਂ ਫੈਕਟਰੀ ਆ ਨੇੜੇ, ਇੱਕ ਪੰਡ ਰੂੰ ਦੀ ਨਹੀਂ ਜਾਂਦੀ, ਇੱਕ ਪੰਡ ਕੈਮੀਕਲ ਤੋਂ ਰੂੰ ਬਣਦੀ ਹੈ। ਅਸੀਂ ਕਾਮਯਾਬ ਕਿਵੇਂ ਹੋਵਾਂਗੇ? ਜਿੱਥੇ ਅਸੀਂ ਨਰਮਾ ਬੀਜਦੇ ਹੋਈਏ, ਜਿੱਥੇ ਸਾਡੀਆਂ ਮੱਕੀ ਤੋਂ ਅਨੇਕਾਂ ਚੀਜ਼ਾਂ ਬਣਦੀਆਂ, ਗਿਣਤੀ ਨਹੀਂ ਹੈ, ਇੰਨੀਆਂ ਚੀਜ਼ਾਂ ਮੱਕੀ ਤੋਂ ਤਿਆਰ ਹੁੰਦੀਆਂ। ਮੱਕੀ ਸਾਡੀ ਧਰਤੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਪੈਦਾ ਕਰਦੀ ਹੈ, ਜਿਹਦੇ ਨਾਲ ਸਾਡਾ ਬਹੁਤ ਵੱਡਾ ਨਫਾ ਹੋ ਸਕਦਾ, ਕਿਸਾਨ ਇਸ ਜਾਲ ਚੋਂ ਨਿਕਲ ਸਕਦਾ ਤੇ ਪਾਣੀ ਬਚ ਸਕਦਾ। ਨਰਮੇ ਦੀ ਖੇਤੀ ਹੈ, ਨਰਮੇ ਨੂੰ ਜਾਣ ਕੇ, ਨਰਮੇ ਦੇ ਇਹੋ ਜਿਹੇ ਬੀਜ ਨੇ ਜਿਹੜੇ ਬੀਆਂ ਦੇ ਵਿੱਚ ਕਦੇ ਵੀ ਸੁੰਡੀ ਨਹੀਂ ਲੱਗ ਸਕਦੀ, ਜਾਣ ਕੇ ਉਹ ਬੀਜ ਦਿੱਤੇ ਜਾਂਦੇ ਨੇ, ਜਿਹੜੀਆਂ ਮਤਲਬ ਮੱਕੀ ਨੂੰ, ਨਰਮੇ ਨੂੰ, ਉਹ ਬੀਜ ਪਰੋਸੇ ਜਾ ਰਹੇ ਆ ਸਾਥੋਂ ਖੇਤੀ ਖੋਣ ਵਾਸਤੇ ਵੀ ਇਹਨੂੰ ਸੁੰਡੀਏ ਖਾ ਜਾਵੇ। ਮੱਕੀ ਪਿੱਛੇ ਸੁੰਡੀ ਨੇ ਖਾਧੀ ਹੈ, ਨਰਮਾ ਪਿੱਛੇ ਸੁੰਡੀ ਨੇ ਖਾਧਾ। ਵੱਡੇ ਪੱਧਰ ਤੇ ਸਾਡਾ ਨੁਕਸਾਨ ਕਰਨ ਤੇ ਤੁਲਿਆ। ਜੇ ਕਿਤੇ ਇਸ ਸਿਸਟਮ ਨਾਲ ਖੇਤੀ 'ਚ ਬਹੁਤ ਵੱਡਾ ਬਦਲਾਅ ਆ ਸਕਦਾ, ਜੀਰੀ ਤੋਂ ਖਹਿੜਾ ਛਡਾ ਸਕਦੇ ਆ, ਪਾਣੀ ਦੀ ਵੱਡੀ ਬਚਤ ਹੋ ਸਕਦੀ ਹੈ। ਪਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਜਵਾਨਾਂ ਬੰਦ ਕਰਨ ਵਾਸਤੇ ਕਿਹਾ, ਸਰਕਾਰਾਂ ਨੇ ਵੀ ਬੰਦ ਕਰੋ। ਇਹ ਬਿਆਨ ਤੁਹਾਡਾ ਜੇ ਕਿਤੇ ਬਾਹਰ ਚਲੇ ਗਿਆ, ਸਾਡੇ ਅਧਿਕਾਰੀ ਜਾਪਾਨ 'ਚ ਜਾਂਦੇ ਆ, ਜਾਪਾਨ ਦੇਸ਼ ਨਾਲ ਸਾਡਾ ਮੁਕਾਬਲਾ ਕੋਈ ਨਹੀਂ, ਪਰ ਜੇ ਸਾਡੇ ਯੂਨੀਵਰਸਿਟੀ ਦੇ ਅਧਿਕਾਰੀ ਜਾਪਾਨ 'ਚ ਜਾਂਦੇ ਹੈ, ਉੱਥੇ ਉਹ ਗੱਲਾਂ ਲਾਗੂ ਹੁੰਦੀਆਂ। ਜਾਪਾਨ ਦੇ ਲੋਕ ਸਾਡੇ ਮਤਲਬ ਉਸ ਡਾਕਟਰਾਂ ਤੋਂ, ਉਸ ਪ੍ਰੋਫੈਸਰਾਂ ਤੋਂ ਪੁੱਛ ਕੇ ਉੱਥੇ ਉਹ ਸ਼ੁਰੂ ਕਰਦੇ ਨੇ, ਉਹ ਕਾਮਯਾਬ ਨੇ। ਸਾਡੇ ਇੱਥੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਸਾਰੇ ਸਾਡੇ ਯੂਨੀਵਰਸਿਟੀ ਦੇ ਤੁਸੀਂ ਜਿੰਨੇ ਫੰਡ ਨੇ ਸਰਕਾਰ ਨੇ ਰੋਕ ਦਿੱਤੇ। ਕਿਉਂ ਰੋਕੇ?
ਕਿ ਉਹ ਬੀ ਨਾ ਤਿਆਰ ਕਰ ਸਕਣ, ਐਸੀ ਕੁਆਲਿਟੀ ਨਾ ਦੇ ਸਕਣ, ਉਹਨਾਂ ਨੂੰ ਬੰਦ ਕਰਤਾ ਸਾਰਾ ਕੁਝ। ਇਹ ਉਹਦੇ ਥੱਲੇ ਹੈ, ਇਹ ਨਿਕਲੂਗਾ ਉਦੋਂ ਜਦੋਂ ਸਾਡਾ ਬੱਚਾ ਜਾਗ ਗਿਆ। ਇੱਥੇ ਵੱਡਾ ਬਦਲਾਅ ਫੇਰ ਆਊਗਾ। ਰਾਜਨੀਤੀ ਲੋਕਾਂ ਨੂੰ ਕੀ ਹੈ, ਤੁਸੀਂ ਚੰਨੀ ਆਇਆ, ਚੰਨੀ ਗਰੀਬ ਮੁੱਖ ਮੰਤਰੀ ਹੈ, ਆਪਦੇ ਆਪ ਨੂੰ ਗਰੀਬ ਕਹਿੰਦਾ ਰਿਹਾ। ਕੱਲ ਉਹਦੇ ਭਾਣਜੇ ਦੇ ਘਰੋਂ 10 ਕਰੋੜ ਰੁਪਈਆ ਉਸ ਗਰੀਬ ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਲੋਂ ਫੜਿਆ ਜਾਂਦਾ ਹੈ। ਉਹ ਤਾਂ ਕਹਿ ਰਹੇ ਪਰ ਸਾਜ਼ਿਸ਼ ਆ ਵੀ, ਇਹ ਤਾਂ ਵੀ ਟਾਈਮਿੰਗ ਤੁਸੀਂ ਵੇਖੋ ਰੇਡਾਂ ਦੀ। ਮੰਨ ਲਓ ਟਾਈਮ ਆਪਾਂ ਦੇਖ ਲਈ, ਰੇਡ ਮਾਰੀ ਗਈ, 2 ਮੈਸਾਂ ਬੰਨੀਆਂ ਹੁੰਦੀਆਂ ਕਿੱਲੇ ਤੇ, ਉਹਦੇ ਮੂਹਰੇ ਇੱਕ ਭਰੀ ਕੱਖਾਂ ਦੀ ਪਈ ਹੁੰਦੀ ਤੇ ਕੁਝ ਵੀ ਨਾ ਘਰੋਂ ਮਿਲਦਾ, 2 ਬੱਕਰੀਆਂ ਖੜੀਆਂ ਹੁੰਦੀਆਂ, ਮੰਨ ਲੈਂਦੇ ਵੀ ਗਲਤ ਟਾਈਮਿੰਗ ਹੈ। ਜੇ ਕਿਸੇ ਦੇ ਗਲਤ ਟਾਈਮਿੰਗ ਤੇ ਰੇਡ ਪੈਂਦੀ ਹੈ ਤੇ 10 ਕਰੋੜ ਰੁਪਈਆ ਮਿਲਦਾ ਘਰੋਂ, ਫਿਰ ਉਹਨੂੰ ਟਾਈਮ ਕੀ ਮੰਨੀਏ ਅਸੀਂ? ਇਹ ਸਾਰਾ ਕੁਝ ਇਹਨਾਂ ਨੂੰ ਪਤਾ ਹੈ, ਇਹ ਸੁੰਘ ਕੇ ਜਾਂਦੇ ਆ। ਇਸ ਕਰਕੇ ਇੱਕ ਤਰਫਾ ਕਰਦੇ ਆ, ਉਹ ਗੱਲ ਉਹਨਾਂ ਦੀ ਠੀਕ ਹੈ। ਭਾਜਪਾ ਦੇ ਰੇਡ ਨਹੀਂ ਪਊਗੀ, ਜੇ ਭਾਜਪਾ ਨਾਲ ਕੈਪਟਨ ਮਿਲ ਗਿਆ ਰੇਡ ਨਹੀਂ ਪਊਗੀ, ਜੇ ਢੀਂਡਸਾ ਮਿਲ ਗਿਆ ਰੇਡ ਨਹੀਂ ਪਊਗੀ, ਜੇ ਨਹੀਂ ਮਿਲਿਆ ਤਾਂ ਪਊਗੀ, ਕਿਉਂ ਈਡੀ ਉਹਨਾਂ ਦੇ ਹੱਥ 'ਚ ਹੈ। ਇਸ ਕਰਕੇ ਗੱਲਾਂ ਹੈਗੀਆਂ, ਪਰ ਜੇ ਕਿਸੇ ਤੋਂ 10 ਕਰੋੜ ਮਿਲ ਗਿਆ ਫਿਰ ਮੰਨਿਆ ਤਾਂ ਨਹੀਂ ਜਾ ਸਕਦਾ ਵੀ ਇਹ ਗਰੀਬ ਹੈ। ਤੁਸੀਂ ਖੇਤੀ ਮਾਡਲ ਦੀ ਗੱਲ ਕੀਤੀ, ਆਪਾਂ ਥੋੜਾ ਜਿਹਾ ਇੱਧਰ ਪਾਸਿਓਂ ਆ ਜਾਈਏ। ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਬਹੁਤ ਲੱਗਦਾ ਪੰਜਾਬ ਦੇ ਵਿੱਚ, ਇਸ ਅੰਦੋਲਨ ਵਿੱਚ ਵੀ ਲੱਗਾ। ਕੀ ਗਰਾਊਂਡ ਪੱਧਰ ਤੇ ਇਹ ਗੱਲ ਸੱਚ ਹੋਈ ਆ ਕਿ ਕਿਸਾਨਾਂ ਮਜ਼ਦੂਰਾਂ ਵਿੱਚ ਸੱਚਮੁੱਚ ਜਿਹੜੀ ਆ ਉਹ ਜੋੜੀ ਬਣੀ ਹੈ? ਜੋੜੀ ਬਹੁਤ ਵੱਡੇ ਪੱਧਰ ਤੇ ਇਸ ਅੰਦੋਲਨ ਦੇ ਵਿੱਚ ਬਣੀ ਹੈ, ਪਰ ਅਸੀਂ ਇਸ ਜੋੜੀ ਤੋਂ ਹਜੇ ਰਾਜਨੀਤੀ ਕਰਕੇ ਦੂਰ ਹਾਂ। ਰਾਜਨੀਤੀ ਸਿਸਟਮ ਦੇ ਵਿੱਚ ਇਹ ਕੁਛ ਤਾਂ ਹੀ ਲਿਆਂਦਾ ਜਾਂਦਾ ਵੀ ਇੱਕ ਗਰੀਬ ਮੁੱਖ ਮੰਤਰੀ ਬਣਾਤਾ, ਇੱਧਰ ਨੂੰ ਰਹੋ, ਅੰਦੋਲਨ ਕਰੀ ਨਾ ਜਾਓ। ਇਹਨਾਂ ਨੇ ਪੱਤਾ ਖੇਡਿਆ ਸੀਗਾ, ਪਰ ਉਸ ਪੱਤੇ ਤੋਂ ਅੱਜ ਲੋਕ ਬਹੁਤ ਦੂਰ ਨੇ, ਉਧਰ ਨੂੰ ਆ ਰਹੇ ਨੇ। ਮਜ਼ਦੂਰਾਂ ਨੂੰ ਵੀ ਪਤਾ, ਹਰੇਕ ਧਰਨੇ ਦੇ ਅੰਦਰ ਮਜ਼ਦੂਰਾਂ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਵੱਡੇ ਪੱਧਰ ਤੇ ਮਦਦ ਕੀਤੀ ਜਾਂਦੀ ਹੈ। ਮਜ਼ਦੂਰ ਜਥੇਬੰਦੀਆਂ ਸਾਡੇ ਨਾਲ ਕੰਮ ਕਰਦੀਆਂ ਨੇ, ਅਸੀਂ ਉਹਨਾਂ ਦੇ ਨਾਲ ਖੜਦੇ ਹਾਂ। ਵੱਡੇ ਪੱਧਰ ਤੇ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ, ਰਾਜਨੀਤੀ ਦੇ ਗੰਦੇ ਕੀੜਿਆਂ ਨੂੰ ਛੱਡ ਕੇ ਇੱਧਰ ਨੂੰ ਲੋਕ ਵੱਧ ਰਹੇ ਆ ਤੇ ਏਕਤਾ ਵਧੂਗੀ। ਜਿਹੜਾ ਰਾਜਨੀਤਿਕ ਸਿਸਟਮ ਹੈ ਨਾ, ਇਹ ਸਾਡੇ 'ਚ ਬਹੁਤ ਕੁੱਟ ਕੇ ਬਹੁਤ ਚੰਗੀ ਤਰ੍ਹਾਂ ਭਰਿਆ ਹੋਇਆ। ਜਿਹੜਾ ਜਾਤ ਪਾਤ ਦੇ ਸਿਸਟਮ 'ਚੋਂ ਅਸੀਂ, ਇੱਕ ਗੱਲ ਆਈ ਆ, ਕੱਲ੍ਹ ਵੀ ਇਹ ਗੱਲ ਚੱਲੀ ਜਦੋਂ ਅਸੀਂ ਮੋਹਾਲੀ ਧਰਨੇ 'ਤੇ ਬੈਠੇ ਤੇ, ਵੀ ਤੁਸੀਂ ਮਤਲਬ ਨਾਅਰਾ ਨਹੀਂ ਲਾਉਣ ਦਿੰਦੇ, ਨਾਅਰਾ ਲਾਉਂਦੇ ਹੋ ਤੁਸੀਂ, 100 ਨਿਹਾਲ ਨਹੀਂ ਬੁਲਾਉਣ ਦਿੰਦੇ। ਅਸੀਂ ਇਸ ਕਰਕੇ ਹੀ ਮਤਲਬ ਜਿਹੜਾ ਕਿਸਾਨੀ ਦੇ ਅੰਦੋਲਨ ਦੇ ਅੰਦਰ ਸਿੱਖੀ ਨੂੰ ਮੰਨਦੇ ਹਾਂ, ਸਾਰਾ ਕੁਝ ਸਾਡਾ ਸਿੱਖੀ ਨਾਲ ਸਿਸਟਮ ਨਾਲ ਜੁੜਿਆ ਹੋਇਆ। ਅਸੀਂ ਗੁਰੂ ਨਾਨਕ ਦੇਵ ਨੂੰ ਮੰਨਣ ਵਾਲੇ ਹਾਂ, ਪਰ ਜਿਹੜੇ ਅੰਦੋਲਨ ਨੇ ਸਾਡੇ, ਉਹ ਸਾਡੀ ਸਾਂਝ ਬਣੇ ਬਹੁਤ ਵੱਡੇ ਪੱਧਰ ਤੇ, ਹਰੇਕ ਜਾਤ ਦੀ, ਹਰੇਕ ਜਾਣੀ ਕਿ ਜਾਤ ਦੇ ਵਿੱਚ ਹੋਵੇ, ਹਰੇਕ ਧਰਮ ਦੇ ਵਿੱਚ ਹੋਵੇ। ਉਸ ਕਰਕੇ ਜਾਣੀ ਕਿ ਇਸ ਗੱਲ ਨੂੰ ਅਸੀਂ ਲੈ ਕੇ ਚੱਲਦੇ ਹਾਂ। ਇਹਦੀ ਏਕਤਾ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਪੱਧਰ ਤੇ ਬਣਨੀ ਆ। ਕਿਸਾਨ ਮਜ਼ਦੂਰ ਜਦੋਂ ਇਕੱਠੇ ਹੋ ਗਏ, ਉਦੋਂ ਹੀ ਇਹ ਜਿਹੜੀ ਵੋਟਾਂ ਵਾਲੇ ਸਿਸਟਮ ਤੋਂ ਲੋਕ ਭਾਲਦੇ ਨੇ, ਉਦੋਂ ਇਹ ਹੱਲ ਹੋਊਗਾ ਜਦੋਂ ਇਹ ਇਕੱਠੇ ਹੋ ਗਏ, ਪੂਰਨ ਤੌਰ ਤੇ ਹੁੰਦੇ ਜਾ ਰਹੇ ਆ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਮਨਜੀਤ ਸਿੰਘ ਜੀ ਘਰਾਚੋਂ, ਬਹੁਤ ਵਧੀਆ ਗੱਲਬਾਤ ਕੀਤੀ। ਕਿਸਾਨ ਮਜ਼ਦੂਰ ਏਕਤਾ ਦੀ ਵੀ ਗੱਲਬਾਤ ਹੋਈ, ਬਦਲਵੇਂ ਖੇਤੀ ਮਾਡਲ ਦੀ ਜੋ ਆਉਣ ਵਾਲੇ ਸਮੇਂ ਵਿੱਚ ਉਹ ਸੰਘਰਸ਼ ਕਰਨਗੇ ਉਹਦੇ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ ਆ। ਸੋ ਅਸੀਂ ਆਸਵੰਦ ਹਾਂ ਕਿ ਸਾਡਾ ਪੰਜਾਬ ਇਸ ਤਰੀਕੇ ਦੀਆਂ ਜਥੇਬੰਦੀਆਂ ਨੇ ਜੋ ਉਹਨਾਂ ਦੇ ਨਾਲ ਜੇ ਮਿਲ ਕੇ ਚੱਲੂਗਾ ਤਾਂ ਜ਼ਰੂਰ ਸਾਡਾ ਭਵਿੱਖ ਵਧੀਆ ਹੋ ਸਕਦਾ। ਜੁੜੇ ਰਹੋ ਦੁਨੀਆ ਦੇ ਨਾਲ।